ਸਵਾਗਤ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਗੁਰਮੁਖੀ ਅੱਖਰ 'ਤੇ। ਇੱਥੇ ਤੁਸੀਂ UGC ਨੈੱਟ ਪੰਜਾਬੀ ਦੀ ਤਿਆਰੀ ਲਈ ਸਾਡੇ ਨਾਲ ਜੁੜ ਸਕਦੇ ਹੋ। ਅੱਜ ਦਾ ਵਿਸ਼ਾ ਹੈ ਭਾਸ਼ਾ ਦੀ ਪ੍ਰਕਿਰਤੀ ਅਤੇ ਵਿਸ਼ੇਸ਼ਤਾਵਾਂ। ਭਾਸ਼ਾ ਦੀ ਪ੍ਰਕਿਰਤੀ ਮੂਲ ਰੂਪ ਵਿੱਚ ਭਾਸ਼ਾ ਮਨੁੱਖੀ ਵਤੀਰਾ ਹੈ। ਮਨੁੱਖ ਦਾ ਇਹ ਭਾਸ਼ਾਈ ਵਤੀਰਾ ਸਮਾਜਿਕ ਪ੍ਰਕਿਰਤੀ ਵਾਲਾ ਹੈ। ਭਾਸ਼ਾ ਦਾ ਪ੍ਰਮੁੱਖ ਚਰਿੱਤਰ ਉਸ ਦਾ ਉਚਾਰ ਜਾਂ ਮੌਖਿਕ ਹੋਣਾ ਹੈ, ਲਿਖਤੀ ਨਹੀਂ। ਇਹ ਇੱਕ ਦੱਸਣਯੋਗ ਸੱਚ ਹੈ ਕਿ ਮਨੁੱਖੀ ਭਾਸ਼ਾ ਦੀਆਂ ਧੁਨੀਆਂ ਪ੍ਰਮੁੱਖ ਤੌਰ 'ਤੇ ਮੌਖਿਕ ਹੁੰਦੀਆਂ ਹਨ। ਭਾਸ਼ਾ ਦੇ ਉਚਾਰਨ ਪੱਖ ਤੋਂ ਮਨੁੱਖ ਪਹਿਲਾਂ ਤੋਂ ਹੀ ਜਾਣੂ ਹੈ, ਕਿਉਂਕਿ ਆਰੰਭ ਤੋਂ ਹੀ ਭਾਸ਼ਾ ਮਨੁੱਖ ਜਾਤੀ ਦੇ ਕੰਠ ਵਿੱਚ ਹੀ ਵਿਰਾਜਮਾਨ ਰਹੀ ਹੈ। ਇਸ ਲਈ ਭਾਸ਼ਾ ਵਿਗਿਆਨ ਦਾ ਵਿਸ਼ਾ ਬੋਲਚਾਲੀ ਜ਼ੁਬਾਨੀ ਭਾਸ਼ਾ ਹੀ ਹੈ ਅਤੇ ਲਿਖਤੀ ਰੂਪ ਨੂੰ ਕੋਈ ਬਹੁਤਾ ਮਹੱਤਵ ਪ੍ਰਾਪਤ ਨਹੀਂ ਹੁੰਦਾ। ਆਧੁਨਿਕ ਭਾਸ਼ਾ ਵਿਗਿਆਨੀ ਸੋਸਿਊਰ ਨੇ ਵੀ ਕਿਹਾ ਹੈ ਕਿ ਭਾਸ਼ਾ ਦਾ ਅਧਿਐਨ ਪ੍ਰਮੁੱਖ ਤੌਰ 'ਤੇ ਮੌਖਿਕ ਭਾਸ਼ਾ ਦਾ ਹੀ ਅਧਿਐਨ ਹੈ, ਲਿਖਤ ਦਾ ਨਹੀਂ। ਜੌਨ ਲਾਈਨ ਨੇ ਬੋਲਚਾਲ ਦੀ ਭਾਸ਼ਾ ਨੂੰ ਪ੍ਰਮੁੱਖਤਾ ਪ੍ਰਦਾਨ ਕੀਤੀ ਹੈ। ਇਹੀ ਭਾਸ਼ਾ ਦਾ ਮੂਲ ਸੁਭਾਅ ਹੈ। ਭਾਸ਼ਾ ਦੀਆਂ ਵਿਸ਼ੇਸ਼ਤਾਵਾਂ। ਵਿਸ਼ੇਸ਼ਤਾ ਉਹ ਗੁਣ ਲੱਛਣ ਹੁੰਦੇ ਹਨ ਜੋ ਕਿਸੇ ਵਸਤੂ ਨੂੰ ਹੋਰ ਵਸਤੂਆਂ ਨਾਲੋਂ ਅਲੱਗ, ਵੱਖਰੀ, ਵਿਲੱਖਣ ਜਾਂ ਅੱਡਰੀ ਹੋਂਦ ਬਖਸ਼ਦੇ ਹਨ। ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਭਾਸ਼ਾ ਦੇ ਨਿੱਜੀ ਨਿਵੇਕਲੇ ਗੁਣਾਂ ਲੱਛਣਾਂ ਵਿੱਚੋਂ ਹੀ ਪੇਸ਼ ਹੋਣਗੀਆਂ। ਭਾਸ਼ਾ ਦੀ ਪਰਿਭਾਸ਼ਾ ਅਤੇ ਪ੍ਰਕਿਰਤੀ ਬਾਰੇ ਚਰਚਾ ਤੋਂ ਬਾਅਦ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਬਾਰੇ ਨਿਰਣਾ ਕਰਨਾ ਸੌਖਾ ਹੋ ਜਾਂਦਾ ਹੈ। ਇਸ ਦੀਆਂ ਵਿਸ਼ੇਸ਼ਤਾਵਾਂ ਉਹੀ ਹੋਣਗੀਆਂ ਜੋ ਇਸ ਨੂੰ ਹੋਰ ਸੰਚਾਰ ਪ੍ਰਣਾਲੀਆਂ ਤੋਂ ਵੱਖਰਾ ਕਰਕੇ ਨਿਵੇਕਲੀ ਪਛਾਣ ਪ੍ਰਦਾਨ ਕਰਦੀਆਂ ਹਨ। ਹਾਕਟ ਨੇ ਹੇਠ ਲਿਖੀਆਂ 7 ਭਾਸ਼ਾਈ ਵਿਸ਼ੇਸ਼ਤਾਵਾਂ ਦਾ ਉਲੇਖ ਕੀਤਾ ਹੈ। ਦੁਪੱਖਤਾ, ਡੁਐਲਿਟੀ, ਸਿਰਜਣਾਤਮਿਕਤਾ, ਪ੍ਰੋਡਕਟਿਵਿਟੀ, ਆਪਹੁਦਰਾਪਣ, ਐਰਬਿਟਰੀਨੈਸ, ਅੰਤਰਵਟਾਂਦਰਾ, ਇੰਟਰਚੇਂਜੇਬਿਲਿਟੀ, ਵਿਸਥਾਪਨ, ਡਿਸਪਲੇਸਮੈਂਟ, ਵਿਸ਼ੇਸ਼ੱਗਤਾ, ਸਪੈਸ਼ਲਾਈਜੇਸ਼ਨ, ਸੱਭਿਆਚਾਰਕ ਸੰਚਾਰਨ, ਕਲਚਰਲ ਟਰਾਂਸਮਿਸ਼ਨ। ਦੁਪੱਖਤਾ ਦਾ ਸੰਬੰਧ ਭਾਸ਼ਾ ਦੀ ਬਣਤਰ ਨਾਲ ਹੈ। ਸਾਰੀਆਂ ਮਨੁੱਖੀ ਭਾਸ਼ਾਵਾਂ ਦੇ 2 ਤਲ ਹੁੰਦੇ ਹਨ, ਇੱਕ ਵਿਆਕਰਨਿਕ ਅਤੇ ਦੂਜਾ ਧੁਨਿਆਤਮਿਕ। ਵਿਆਕਰਨਿਕ ਨੂੰ ਭਾਸ਼ਾ ਦਾ ਪਹਿਲਾ ਤਲ ਕਿਹਾ ਜਾਂਦਾ ਹੈ ਅਤੇ ਧੁਨਿਆਤਮਿਕ ਨੂੰ ਦੂਜਾ। ਪਹਿਲਾ ਤਲ ਹੀ ਭਾਸ਼ਾ ਅਰਥਾਂ ਦਾ ਸੰਚਾਰ ਕਰਦਾ ਹੈ। ਦੂਜੇ ਤਲ ਦੀ ਆਪਣੇ ਆਪ ਵਿੱਚ ਕੋਈ ਸਾਰਥਕਤਾ ਨਹੀਂ ਹੁੰਦੀ, ਪਰ ਪਹਿਲੇ ਤਲ ਦੀਆਂ ਇਕਾਈਆਂ ਦੇ ਨਿਰਮਾਣ ਵਿੱਚ ਇਸ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਦੋਵੇਂ ਤਲ ਨਾਲੋਂ ਨਾਲ ਸਥਾਪਿਤ ਹੁੰਦੇ ਹਨ। ਪਸ਼ੂ ਭਾਸ਼ਾ ਮਨੁੱਖੀ ਭਾਸ਼ਾ ਵਾਂਗ ਕਾਰਜ ਨਹੀਂ ਕਰਦੀ। ਇਹ ਕੇਵਲ ਧੁਨਿਆਤਮਿਕ ਪੱਧਰ ਤੱਕ ਹੀ ਸੀਮਿਤ ਹੁੰਦੀ ਹੈ। ਇਸ ਨੂੰ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ। ਮਨੁੱਖੀ ਭਾਸ਼ਾ ਧੁਨੀ ਤੋਂ ਰੂਪ ਤੱਕ, ਰੂਪ ਤੋਂ ਅਰਥ ਤੱਕ। ਪਸ਼ੂ ਭਾਸ਼ਾ ਧੁਨੀ ਤੋਂ ਸਿੱਧੀ ਅਰਥ 'ਤੇ ਜਾ ਕੇ ਪਹੁੰਚਦੀ ਹੈ, ਇਹਦੇ 'ਚ ਰੂਪ ਨਹੀਂ ਹੁੰਦਾ। ਸਿਰਜਣਾਤਮਿਕਤਾ ਭਾਸ਼ਾ ਇੱਕ ਸਿਰਜਣਾਤਮਿਕ ਵਰਤਾਰਾ ਹੈ। ਹਾਕਟ ਨੇ ਇਸ ਲਈ ਅੰਗਰੇਜ਼ੀ ਸ਼ਬਦ ਪ੍ਰੋਡਕਟਿਵਿਟੀ, ਚੋਮਸਕੀ ਨੇ ਕ੍ਰੀਏਟਿਵਿਟੀ ਅਤੇ ਪੰਜਾਬੀ ਚਿੰਤਕਾਂ ਨੇ ਇਸ ਦਾ ਅਨੁਵਾਦ ਉਤਪਾਦਨਸ਼ੀਲਤਾ ਕੀਤਾ ਹੈ। ਸਿਰਜਣਾਤਮਿਕਤਾ ਮਨੁੱਖੀ ਭਾਸ਼ਾ ਦੀ ਪ੍ਰਮੁੱਖ ਵਿਸ਼ੇਸ਼ਤਾ ਹੈ। ਭਾਸ਼ਾ ਯੋਗਤਾ ਮਨੁੱਖੀ ਦਿਮਾਗ ਦਾ ਇੱਕ ਜੈਵਿਕ ਗੁਣ ਹੈ ਜੋ ਕਿ ਪਸ਼ੂ ਭਾਸ਼ਾ ਦਾ ਨਹੀਂ ਹੈ। ਚੋਮਸਕੀ ਇਸ ਬਾਰੇ ਇਹ ਦੱਸਦਾ ਹੈ ਕਿ ਮਨੁੱਖੀ ਦਿਮਾਗ ਵਿੱਚ ਭਾਸ਼ਾ ਯੋਗਤਾ ਸੀਮਿਤ ਪੈਟਰਨਾਂ ਦੇ ਰੂਪ ਵਿੱਚ ਸਥਿਤ ਹੁੰਦੀ ਹੈ। ਇਹਨਾਂ ਸੀਮਿਤ ਪੈਟਰਨਾਂ ਦੇ ਆਧਾਰ 'ਤੇ ਹੀ ਮਨੁੱਖ ਅਸੀਮਿਤ ਵਾਕਾਂ ਦੀ ਸਿਰਜਣਾ ਕਰਨ ਦੇ ਸਮਰੱਥ ਹੁੰਦਾ ਹੈ। ਬਿਲਕੁਲ ਉਸੇ ਤਰ੍ਹਾਂ ਜਿਵੇਂ 0 ਤੋਂ 9 ਤੱਕ ਦੀਆਂ ਸੰਖਿਆਵਾਂ ਨਾਲ ਅਨੇਕਾਂ ਹੀ ਸੰਖਿਆਵਾਂ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਆਪਹੁਦਰਾਪਣ ਕਿਸੇ ਵੀ ਸਮਾਜ ਵਿੱਚ ਭਾਸ਼ਾ ਵਿਚਲੇ ਸ਼ਬਦਾਂ ਜਾਂ ਵਸਤੂਆਂ ਨਾਲ ਕੋਈ ਕੁਦਰਤੀ ਜਾਂ ਜਮਾਂਦਰੂ ਸੰਬੰਧ ਨਹੀਂ ਹੁੰਦਾ, ਸਗੋਂ ਇਹ ਸੰਬੰਧ ਤਾਂ ਸੰਬੰਧਿਤ ਸਮਾਜ ਦੁਆਰਾ ਹੀ ਆਪਣੀ ਮਨਮਰਜ਼ੀ ਨਾਲ ਸਥਾਪਿਤ ਕੀਤਾ ਗਿਆ ਹੁੰਦਾ ਹੈ। ਮਿਸਾਲ ਵਜੋਂ ਘੋੜਾ ਸ਼ਬਦ ਦਾ ਘੋੜਾ ਜਾਨਵਰ ਨਾਲ ਕੋਈ ਸੰਬੰਧ ਨਹੀਂ। ਇਹ ਤਾਂ ਪੰਜਾਬੀ ਸਮਾਜ ਦੁਆਰਾ ਇਸ ਜਾਨਵਰ ਲਈ ਵਰਤਿਆ ਜਾਣ ਵਾਲਾ ਇੱਕ ਚਿੰਨ੍ਹ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸੇ ਜਾਨਵਰ ਲਈ ਹੋਰਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਸ਼ਬਦਾਂ ਅਤੇ ਵਸਤਾਂ ਵਿੱਚ ਕੁਦਰਤੀ ਸੰਬੰਧ ਹੁੰਦਾ ਤਾਂ ਦੁਨੀਆ ਵਿੱਚ ਇੱਕੋ ਭਾਸ਼ਾ ਹੋਣੀ ਸੀ।
ਸੋਸਿਓਰ ਨੇ ਵੀ ਚਿੰਨ੍ਹ ਦੀ ਆਪਹੁਦਰੀ ਪ੍ਰਕਿਰਤੀ 'ਤੇ ਜ਼ੋਰ ਦਿੱਤਾ ਹੈ। ਅੱਗੇ ਹੈ ਅੰਤਰ ਵਟਾਂਦਰਾ। ਭਾਸ਼ਾ ਦੇ ਅੰਤਰ ਵਟਾਂਦਰਾ ਤੋਂ ਇਹ ਭਾਵ ਹੈ ਕਿ ਭਾਸ਼ਾ ਦੇ ਵਕਤਾਂ ਅਤੇ ਭਾਸ਼ਾ ਦੇ ਸਰੋਤਾਂ ਦੇ ਭਾਸ਼ਿਕ ਕਾਰਜਾਂ ਵਿੱਚ ਵਟਾਂਦਰਾ ਹੋ ਸਕਦਾ ਹੈ। ਜਿਹੜਾ ਵਕਤਾ ਹੈ ਉਹ ਸਰੋਤਾ ਵੀ ਹੈ ਅਤੇ ਜੋ ਸਰੋਤਾ ਹੈ ਉਹ ਵਕਤਾ ਵੀ ਹੈ। ਇੱਕੋ ਭਾਸ਼ਾਈ ਮਦ ਦੋ ਧਿਰਾਂ ਵਿੱਚ ਵਟਾਈ ਜਾ ਸਕਦੀ ਹੈ। ਮਨੁੱਖੀ ਭਾਸ਼ਾ ਸੁਣ ਕੇ ਗ੍ਰਹਿਣ ਕੀਤੀ ਜਾਂਦੀ ਹੈ। ਜੋ ਸੁਣ ਨਹੀਂ ਸਕਦਾ ਉਹ ਬੋਲ ਵੀ ਨਹੀਂ ਸਕਦਾ। ਬਹਿਰੇ ਦਾ ਗੂੰਗਾ ਹੋਣਾ ਲਾਜ਼ਮੀ ਹੈ। ਇਸ ਨੂੰ ਹੇਠਾਂ ਆਰੇਖ ਦੁਆਰਾ ਸਮਝਿਆ ਜਾ ਸਕਦਾ। ਜਿਹੜਾ ਭਾਸ਼ਾ ਦਾ ਸਰਕਟ ਹੈਗਾ ਉਹ ਕਿਸ ਤਰ੍ਹਾਂ ਕੰਮ ਕਰਦਾ ਹੈ। ਜਿਹੜਾ ਵਕਤਾ ਹੁੰਦਾ ਹੈ ਉਹ ਸਰੋਤਾ ਹੈ, ਜਿਹੜਾ ਸਰੋਤਾ ਹੈ ਉਹ ਵਕਤਾ ਹੈ, ਜਿਹੜਾ ਵਕਤਾ ਹੈ ਉਹ ਸਰੋਤਾ ਹੈ ਅਤੇ ਜਿਹੜਾ ਸਰੋਤਾ ਹੈ ਉਹੀ ਵਕਤਾ ਹੈ। ਮਤਲਬ ਕਹਿਣ ਦਾ ਇੱਕ ਸਾਈਕਲ ਦੇ ਪਹੀਏ ਵਾਂਗੂ ਇਹ ਆਪ ਹਮੇਸ਼ਾ ਹੀ ਸਰਕਲ ਦੇ ਵਿੱਚ ਘੁੰਮਦੇ ਰਹਿੰਦੇ ਹੈਗੇ। ਵਿਸਥਾਪਨ। ਮਨੁੱਖੀ ਭਾਸ਼ਾ ਸਮੇਂ, ਸਥਾਨ ਅਤੇ ਸੰਦਰਭਾਂ ਤੋਂ ਪਾਰ ਜਾਣ ਦੀ ਵਿਸ਼ੇਸ਼ਤਾ ਰੱਖਦੀ ਹੈ। ਮਨੁੱਖ ਆਪਣੇ ਭਾਵਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾ ਸਕਦਾ ਹੈ, ਲੰਮੇ ਸਮੇਂ ਤੱਕ ਸਾਂਭ ਸਕਦਾ ਹੈ। ਅਜੋਕੇ ਸਮੇਂ ਵਿੱਚ ਤਾਂ ਹੋਰ ਵੀ ਬਹੁਤੀਆਂ ਮਸ਼ੀਨਾਂ ਦੀ ਕਾਢ ਨੇ ਮਨੁੱਖੀ ਭਾਸ਼ਾ ਦੀ ਇਸ ਵਿਸ਼ੇਸ਼ਤਾ ਨੂੰ ਹੋਰ ਵੀ ਪਰਿਪੱਕ ਕਰ ਦਿੱਤਾ ਹੈ। ਇਸ ਦੇ ਮੁਕਾਬਲੇ ਗੈਰ ਮਨੁੱਖੀ ਭਾਸ਼ਾ ਜਾਂ ਪਸ਼ੂ ਭਾਸ਼ਾ ਨੂੰ ਸਮੇਂ, ਸਥਾਨ ਅਤੇ ਸੰਦਰਭ ਤੋਂ ਵੱਖ ਨਹੀਂ ਕੀਤਾ ਜਾ ਸਕਦਾ। ਧੁਨੀਆਂ, ਸੈਨਤਾਂ ਜਾਂ ਆਵਾਜ਼ਾਂ ਸਮਕਾਲੀ ਸੰਦਰਭ ਤੋਂ ਨਿਰਾਰਥਕ ਹੋ ਜਾਂਦੇ ਹਨ। ਵਿਸ਼ੇਸ਼ੱਗਤਾ। ਵਿਸ਼ੇਸ਼ੱਗਤਾ ਭਾਸ਼ਾ ਦੀ ਇੱਕ ਹੋਰ ਯੋਗਤਾ ਦਾ ਲੱਛਣ ਹੈ। ਇਸ ਦਾ ਮਤਲਬ ਇਹ ਹੈ ਕਿ ਭਾਸ਼ਾ ਅਤੇ ਮਨੁੱਖੀ ਕਿਰਿਆ ਵਿੱਚ ਕੋਈ ਉਲਝਾਓ ਨਹੀਂ ਹੈ। ਭਾਸ਼ਾ ਕਿਰਿਆ ਇੱਕ ਪ੍ਰੇਰਕ ਕਿਰਿਆ ਹੈ। ਇਹ ਭੌਤਿਕ ਕਿਰਿਆ ਦੀ ਸ਼ਮੂਲੀਅਤ ਤੋਂ ਬਿਨਾਂ ਸਹਿਜ ਰੂਪ ਵਿੱਚ ਹੁੰਦੀ ਰਹਿੰਦੀ ਹੈ। ਭੋਜਨ ਖਾਣ ਲਈ ਮੇਜ਼ ਸਜਾਉਣਾ ਇੱਕ ਪ੍ਰੇਰਕ ਸੰਚਾਰੀ ਕਿਰਿਆ ਹੈ, ਜਿਸ ਦੀ ਪ੍ਰੇਰਣਾ ਨਾਲ ਪਰਿਵਾਰਕ ਮੈਂਬਰ ਖਾਣਾ ਖਾਣ ਲਈ ਮੇਜ਼ ਦੁਆਲੇ ਆ ਬਹਿੰਦੇ ਹਨ। ਮੇਜ਼ ਸਜਾਉਣਾ ਸੰਚਾਰੀ ਕਿਰਿਆ ਹੈ ਅਤੇ ਖਾਣਾ ਖਾਣ ਲਈ ਇਕੱਠੇ ਹੋਣਾ ਇੱਕ ਭੌਤਿਕ ਅਨੁਕਿਰਿਆ ਹੈ। ਇਹ ਦੋਵੇਂ ਕਿਰਿਆਵਾਂ ਅੰਤਰ ਸੰਬੰਧਿਤ ਹਨ। ਇਹਨਾਂ ਦੇ ਦਰਮਿਆਨ ਕੋਈ ਵਿਸ਼ੇਸ਼ੱਗਤਾ ਨਹੀਂ ਹੈ। ਪਰ ਖਾਣਾ ਖਾਓ, ਮੇਜ਼ 'ਤੇ ਖਾਣਾ ਤਿਆਰ ਹੈ, ਇਹ ਵਾਕ ਬੋਲਿਆ ਜਾਵੇ ਤਾਂ ਅਨੁਕਿਰਿਆ ਤਾਂ ਉਹ ਹੀ ਹੈ, ਪਰ ਭਾਸ਼ਿਕ ਕਿਰਿਆ ਵਿੱਚ ਵਿਸ਼ੇਸ਼ੱਗਤਾ ਹੈ। ਸੱਭਿਆਚਾਰਿਕ ਸੰਚਾਰਨ। ਮਾਨਵੀ ਸੰਚਾਰ ਸਿਸਟਮ ਵੰਸ਼ਗਤ ਨਹੀਂ ਹੈ। ਮਾਨਵੀ ਭਾਸ਼ਾ ਦੀਆਂ ਪਰੰਪਰਾਵਾਂ ਸੱਭਿਆਚਾਰਕ ਤੌਰ 'ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ ਸੰਚਾਰਿਤ ਹੁੰਦੀਆਂ ਹਨ, ਜਨਮ ਜਾਂ ਵੰਸ਼ ਦੇ ਆਧਾਰ 'ਤੇ ਨਹੀਂ। ਭਾਸ਼ਿਕ ਯੋਗਤਾ ਤਾਂ ਜਨਮਜਾਤ ਹੈ, ਜਮਾਂਦਰੂ ਹੈ, ਪਰੰਤੂ ਹਰੇਕ ਵਿਅਕਤੀ ਨੂੰ ਆਪਣੀ ਭਾਸ਼ਾ ਦੀ ਸੰਰਚਨਾ ਨਵੇਂ ਸਿਰੇ ਤੋਂ ਹੀ ਸਿੱਖਣੀ ਪੈਂਦੀ ਹੈ। ਵਿਅਕਤੀ ਕਿਹੜੀ ਭਾਸ਼ਾ ਸਿੱਖੇਗਾ, ਇਹ ਉਸ ਦੀਆਂ ਸੱਭਿਆਚਾਰਕ ਪਰਿਸਥਿਤੀਆਂ ਅਤੇ ਭਾਸ਼ਿਕ ਵਾਤਾਵਰਣ 'ਤੇ ਨਿਰਭਰ ਕਰਦਾ ਹੈ। ਇਸ ਤਰ੍ਹਾਂ ਭਾਸ਼ਾ ਦੀ ਸਿਖਲਾਈ ਜਨਮ ਪਰੰਪਰਾ ਨਾਲ ਨਹੀਂ ਹੁੰਦੀ, ਸਗੋਂ ਸੱਭਿਆਚਾਰਕ ਪਰੰਪਰਾ ਨਾਲ ਸੰਪੂਰਨ ਹੁੰਦੀ ਹੈ। ਉਪਰੋਕਤ ਪ੍ਰਮੁੱਖ ਲੱਛਣ ਸਮੁੱਚੇ ਤੌਰ 'ਤੇ ਭਾਸ਼ਾ ਨੂੰ ਮਨੁੱਖ ਦੀ ਸਰਵੋਤਮ ਵਿਸ਼ੇਸ਼ਤਾ ਦੇ ਰੂਪ ਵਿੱਚ ਪੇਸ਼ ਕਰਦੇ ਹਨ। ਨਿਸ਼ਚੇ ਹੀ ਭਾਸ਼ਾ ਮਨੁੱਖ ਲਈ ਬਹੁਤ ਮੁੱਲਵਾਨ ਵਰਦਾਨ ਹੈ। ਇਸ ਤਰ੍ਹਾਂ ਅਸੀਂ ਭਾਸ਼ਾ ਦੀਆਂ ਵਿਸ਼ੇਸ਼ਤਾਵਾਂ ਨੂੰ ਦੇਖਿਆ। ਸੋ ਇਸੇ ਤਰ੍ਹਾਂ ਅਸੀਂ ਅੱਗੇ ਵੀ ਆਪਣੇ ਵੀਡੀਓਜ਼ ਰਾਹੀਂ ਤੁਹਾਨੂੰ ਹੋਰ ਮਹੱਤਵਪੂਰਨ ਜਾਣਕਾਰੀਆਂ ਦਿੰਦੇ ਰਹਾਂਗੇ। ਸੋ ਇਸ ਲਈ ਤੁਸੀਂ ਸਾਡੇ ਇਸ YouTube ਚੈਨਲ ਨਾਲ ਜੁੜੇ ਰਹੋ।